चलो anyhow 25th numerical, a 3-meter ladder, a 3-meter long ladder weighing 20 kilogram leans on a frictionless wall. numerical बहुत important है, ध्यान नाल समझण वाला तुहाडे। कहना जी 3-meter long ladder weighing 20 kilogram leans on a frictionless wall. Its feet rest on the floor 1 meter from the wall. ठीक है, find the reaction forces of the wall and the floor. ਹੁਣ ਜੇ क्वेश्चन ਦੀ स्टेटमेंट ਦਾ मतलब कढीए, मैं फिर एक बार स्टेटमेंट दोबारा बोल रहा ਤੇ ਇਹਦਾ मतलब दसो ने क्या किया और ਇਹਦੀ फिगर की बनेगी। ਹੁਣ ਕਿਹਾ ਜੀ 3 मीटर लॉन्ग लैडर ਆ weighing 20 किलोग्राम leans on a frictionless wall। ਇਹਨੂੰ ਕਿੱਥੇ ਟਿਕਾਇਆ ਹੋਇਆ ਸੀ? ਦੀਵਾਰ ਦੇ ਨਾਲ। ਦੀਵਾਰ ਦੇ ਨਾਲ, ਹਾਂ ਦੀਵਾਰ ਦੇ ਨਾਲ ਤੁਸੀਂ ਇੱਕ ਪੌੜੀ ਲਾਈ ਆ, ਠੀਕ ਹੈ। ਔਰ ਉਹਨੇ ਕਿਹਾ ਕਿ ਜਿਹੜੇ ਇਟਸ ਫੀਟ ਰੈਸਟ ਔਨ ਦਾ ਫਲੋਰ, ਉਹਦਾ ਜਿਹੜੇ ਫੀਟ ਹੈਗੇ ਆ, ਪੌੜੀ ਦਾ ਜਿਹੜਾ ਥੱਲੜਾ ਪੈਰ ਨੇ ਹਨਾ, ਉਹ ਐਸਾ ਚ ਜ਼ਮੀਨ ਦੇ ਉੱਤੇ ਨੇ। ਔਰ ਜ਼ਮੀਨ ਦੇ ਨਾਲ ਨਾਲ ਕੰਡੀਸ਼ਨ ਹੈ ਗਿਵਨ ਆ ਰੈਸਟ ਔਨ ਦਾ ਫਲੋਰ 1 ਮੀਟਰ ਫਰਮ ਦਾ ਵਾਲ। ਇਹਦਾ ਮਤਲਬ ਪੌੜੀ ਕਿਆ ਬਿਲਕੁਲ ਦੀਵਾਰ ਦੇ ਨਾਲ ਸੱਟ ਕੇ ਖੜੀ ਆ? नो सर, नहीं है ना। ਇਹ ਮਤਲਬ ਜਿਹੜਾ ਆਪਣਾ ਕੁਐਸਚਨ ਦੇ ਵਰਡ ਨੇ ਉਹਦੇ ਅਕੋਰਡਿੰਗ ਹੀ ਚਲੀਏ। ਇਸ 25th numerical ਦੇ ਵਿੱਚ ਆਪਣੇ ਕੋਲ ਜੋ ਗਿਵਨ ਆ, ਕੁਐਸਚਨ ਨੇ ਆਪਾਂ ਨੂੰ ਆ ਡਿਫਾਈਨ ਕਰ ਦਿੱਤਾ ਕਿ ਜੇ ਆ ਮੇਰੀ ਬਾਲ ਹੈਗੀ ਆ ਤੇ ਜਿਹੜੀ ਆਪਣੀ ਐਸਐਚ ਸਟੇਅਰ ਹੈਗੀ ਆ, ਜਿਹੜੀ ਆਪਣੀ ਲੈਡਰ ਹੈਗੀ ਆ, ਉਹ ਕੁਝ ਇਸ ਵੇ ਨਾਲ ਰੱਖੀ ਹੋਈ ਆ, ਜਿਹਦਾ ਇੱਕ ਸਿਰਾ ਜਿਹੜਾ ਵਾ ਉਹ ਇਸ ਬਾਲ ਦੇ ਉੱਤੇ ਆ, ਠੀਕ ਹੈ। ਜਿਹੜਾ ਇੱਕ ਸਿਰਾ ਇੱਥੇ ਬਾਲ ਦੇ ਉੱਤੇ ਐਜ ਨਾਲ ਟੱਚ ਕਰਿਆ ਔਰ ਦੂਜਾ ਮੰਨ ਲਓ ਉਹਦਾ ਆ ਗਰਾਊਂਡ ਦੇ ਉੱਤੇ ਹੈਗਾ, ਤੇ ਆ ਐਸਐਚ ਬਾਲ ਦੇ ਫੁੱਟ ਤੋਂ ਜਿਹੜਾ ਇਹਦਾ ਫੀਟ ਐਂਡ ਹੈਗਾ ਵਾ, ਆ ਜਿਹੜਾ ਉਹਦਾ ਕਹਿੰਦਾ ਜੀ ਆ ਐਂਡ ਏ ਆ ਜਾਏਗਾ, ਇਹ ਇਹਦੇ ਤੋਂ ਕਹਿੰਦਾ ਜੀ ਐਸਐਚ ਮੇਰੇ ਕੋਲ 1 ਮੀਟਰ ਦੇ ਡਿਸਟੈਂਸ ਤੇ ਆ। ਔਰ ਜਿਹੜੀ ਆਪਣੀ ਲੈਡਰ ਗਿਵਨ ਆ, ਇਹਦੀ ਲੈਂਥ ਆਪਣੇ ਕੋਲ 3 ਮੀਟਰ ਗਿਵਨ ਆ। ਤੇ ਜੇ ਆ ਦੋ ਸਾਈਡਾਂ ਮੇਰੇ ਕੋਲ ਹੈਗੀਆਂ ਤੇ ਪਾਈਥਾਗੋਰਸ ਨਾਲ ਆ ਵੀ ਸਾਈਡ ਆਜੂ बेटा। यस सर, ठीक है। ਇਹਦੇ ਵੱਲ ਆਪਣੇ ਕੋਲ ਸਾਈਡ ਜੇ ਲਿਖ ਕੇ ਚੱਲੀਏ ਤੇ ਆ ਜਾਏਗੀ 3 3 ਦਾ 3 ਸਕੁਅਰ 9 ਮਾਈਨਸ 1 रूट 8 यानी 2√2 मीटर मेरे को अब बीसी साइड भी आ जाएगी। क्या इतनी गल पे लोग क्लियर जी? यस सर, यस सर, यस सर। क्वेश्चन जे क्या कि ਜਿਹੜੀ 3 मीटर लॉन्ग लैडर है ना, ਇਹਦਾ ਮਾਸ ਜਿਹੜਾ ਵਾ 20 ਕਿਲੋਗ੍ਰਾਮ ਆ। ਮਾਸ ਆ ਗਿਆ ਤਾਂ ਮੀਨ ਦਾ weight ਆ, ਤੇ weight ਕਿੱਥੇ ਬੈਲੈਂਸ ਹੁੰਦਾ? सेंटर, ਸੈਂਟਰ। ਜਿੱਥੇ ਅਸੀਂ ਜੇ ਸਹੀ ਬੋਲੇ ਤੁਸੀਂ ਕਹਾਂਗੇ ਜਿੱਥੇ ਬਾਡੀ ਦਾ ਸੈਂਟਰ ਆਫ ਗ੍ਰੈਵਿਟੀ ਹੋਏਗਾ, ਤੇ ਸੈਂਟਰ ਆਫ ਗ੍ਰੈਵਿਟੀ ਸਿਮੈਟ੍ਰੀਕਲ ਸ਼ੇਪ ਬਾਡੀ ਦਾ ਤੇ ਯੂਨੀਫਾਰਮ ਮਾਸ ਦੀ ਡਿਸਟ੍ਰੀਬਿਊਸ਼ਨ ਵਾਸਤੇ ਹਮੇਸ਼ਾ ਉਹਨਾਂ ਦੇ ਸੈਂਟਰ ਚ ਆਏਗਾ। ਇਹਦਾ ਮਤਲਬ ਇੱਥੇ ਇਹਦੇ ਜਿਹੜਾ ਮਿਡ ਪੁਆਇੰਟ ਹੋਏਗਾ, ਆ ਡੀ ਪੁਆਇੰਟ ਆ ਗਿਆ, ਇਸ ਡੀ ਪੁਆਇੰਟ ਤੇ ਇਹਦਾ weight लाई ਕਰੇਗਾ which is acting in downward direction। यानी इतने मेरे को देता weight mg ਦੇ ਬਰਾਬਰ ਆ ਗਿਆ। क्या इतना क्लियर ਆ? यस सर, यस सर, यस सर। ਹੁਣ ਉਹਨੇ ਕੁਐਸਚਨ ਚ ਕਿਹਾ ਕੀ ਸੀਗਾ ਜੋ ਆਪਾਂ ਕੈਲਕੂਲੇਟ ਕਰਨਾ, ਉਹਨੇ ਆਪਣੇ ਨੂਮੈਰੀਕਲ ਚ ਕਿਹਾ ਫਾਈਂਡ ਦਾ ਰਿਐਕਸ਼ਨ ਫੋਰਸਸ ਆਫ ਦਾ ਵਾਲ ਐਂਡ ਦਾ ਫਲੋਰ। ਜਿਹੜੀ ਫਲੋਰ ਤੋਂ ਰਿਐਕਸ਼ਨ ਆਣੀ ਆ, ਠੀਕ ਹੈ ਜੀ, ਜਿਹੜੀ ਫਲੋਰ ਤੋਂ ਰਿਐਕਸ਼ਨ ਆਣੀ, ਇੱਕ ਉਹ ਦੱਸੋ ਕਹਿੰਦਾ ਜੀ ਕਿੱਧਰ ਨੂੰ ਆਏਗੀ, ਤੇ ਇੱਕ ਜਿਹੜੀ ਇਸ ਬੀ ਪੁਆਇੰਟ ਤੋਂ ਰਿਐਕਸ਼ਨ ਆਣੀ ਆ। ਆਪਾਂ ਕੱਲ ਗੱਲ ਕਰਦੇ ਹਟੇ ਆ कि रिएक्शनल फोर्सेस हमेशा गिवन सरफेस दे नॉर्मल आंदियां। केवल इस पॉइंट पे जे मेरी रिएक्शनल फोर्स नु मैं जेडी इस थां दा रिएक्शनल फोर्स आनी आ, जे ओनु मैं r1 डिफाइन कर लवां और जेडी इस थां ते रिएक्शनल फोर्स आनी फ्लोर दे, ठीक है, ਇਹਨੂੰ ਆਪਾਂ ਐਸਐਚ ਇੱਥੇ f r2 डिफाइन कर दीए। r2 ਦੀ डायरेक्शन ਕੀ ਆਏਗੀ? कोई बोलेगा कोई है ना? सर ऊपर को। हाँ, अपवर्ड, अपवर्ड। इमल फ्लोर ने रिएक्शन अपनी कितने दे देती है ना, इनको अपन r2 नाम दे दिए। ਹੁਣ ਪੁੱਤੋ ਇਸ ਮੂਵਮੈਂਟ ਤੇ ਆਪਣੇ ਕੋਲ ਕੁਐਸਚਨ 'ਚ ਇਹਨਾਂ ਦੋ ਵੇਰੀਏਬਲ ਨੂੰ ਸੋਲਵ ਕਰਨ ਲਈ ਕੰਡੀਸ਼ਨ ਕੀ ਨੇ, ਉਹਦੇ ਲਈ ਆਪਣੇ ਕੁਐਸਚਨ ਦੇ ਅੰਦਰ ਜੇ ਐਸਐਚ ਲੈ ਕੇ ਚਲੀਏ ਤੇ ਉਹਨੇ ਕਿਹਾ ਜੀ ਜਿਹੜੀ ਤੁਹਾਡੀ ਇਸ ਮੂਵਮੈਂਟ ਤੇ ਬਾਲ ਆ ਇਹਦਾ ਫ੍ਰਿਕਸ਼ਨਲੈਸ ਆ, ਠੀਕ ਹੈ, ਪਰ ਫਲੋਰ ਦੇ ਉੱਤੇ ਜੇ ਫ੍ਰਿਕਸ਼ਨਲੈਸ ਹੋਵੇ ਤੇ ਪੌੜੀ ਟਿਕਣੀ ਨਹੀਂ।
ਜੇ ਪੌੜੀ ਮੇਰੀ ਇੱਥੇ ਟਿਕੀ ਆ ਤੇ ਇਹਦਾ ਮਤਲਬ ਇੱਥੇ ਕੁਝ ਫ੍ਰਿਕਸ਼ਨ ਹੈਗੀ ਔਰ ਜੇ ਕਿਸੇ ਵੀ ਮੂਵਮੈਂਟ ਤੇ ਇਹ ਸਟੇਅਰ ਲੈਡਰ ਮੇਰੀ ਜਿਹੜੀ ਆ ਇਹ ਇਸ ਵੇਲੇ ਬੈਲੈਂਸ ਸਟੇਟ 'ਚ ਆ ਤੇ ਇਹਦਾ ਮਤਲਬ ਵਿੱਚ ਦੋ ਤਰ੍ਹਾਂ ਦਾ ਬੈਲੈਂਸ ਹੈਗਾ ਇਹਦੇ 'ਚ ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਵੀ ਆ ਔਰ ਇਹਦੇ ਅੰਦਰ ਰੋਟੇਸ਼ਨਲ ਇਕੁਇਲਿਬ੍ਰੀਅਮ ਵੀ ਆ ਕਿ ਇੰਨੀ ਗੱਲ ਸਮਝ ਲੱਗਦੀ ਪਈ Yes. Yes, sir. Yes, sir. ਨੂਮੈਰੀਕਲ ਨੂੰ ਸੋਲਵ ਕਰਨ ਲੱਗੇ ਜਿਹੜਾ ਕਨਸੈਪਟ ਤੁਹਾਡੇ ਦਿਮਾਗ 'ਚ ਇਸ ਨੂਮੈਰੀਕਲ ਵਾਸਤੇ ਆਣਾ ਚਾਹੀਦਾ ਉਹ ਇਹ ਹੈਗਾ ਕਿ ਜੇ ਪੌੜੀ ਇਸ ਵੇਲੇ ਤੇ ਜਿਹੜੀ ਲੈਡਰ ਆ ਉਹ ਟਿਕੀ ਹੋਈ ਆ ਤੇ ਇਹਦਾ ਮਤਲਬ ਆ ਇਹਦੇ ਤੇ ਅੰਡਰ ਡਿਫਰੈਂਟ ਫੋਰਸਸ ਬੈਲੈਂਸ ਬਣਿਆ ਹੋਇਆ ਤੇ ਫੋਰਸਸ ਦੇ ਅੰਡਰ ਬੈਲੈਂਸ ਦਾ ਮਤਲਬ ਇਹ ਹੈਗਾ ਨਾ ਤਾਂ ਲੈਡਰ ਐਸ ਆਪਣੀ ਟ੍ਰਾਂਸਲੇਟਰੀ ਮੋਸ਼ਨ ਦਿਖਾਏਗੀ ਤੇ ਨਾ ਹੀ ਮੇਰੀ ਲੈਡਰ ਜਿਹੜੀ ਇਸ ਵੇਲੇ ਰੋਟੇਸ਼ਨਲ ਮੋਸ਼ਨ ਦਿਖਾਏਗੀ ਹੁਣ ਜੇ ਮੇਰੀ ਸਟੇਅਰ ਨੇ ਸੌਰੀ ਲੈਡਰ ਨੇ ਠੀਕ ਹੈ ਇਥੋਂ ਐਸਐਚ ਸਲਿਪ ਕਰ ਜਵੇ ਮੈਂ ਰੋਟੇਸ਼ਨਲ ਮੋਸ਼ਨ ਦੀ ਗੱਲ ਕਰਨ ਲੱਗਿਆ ਰੋਟੇਸ਼ਨ ਦਾ ਕਨਸੈਪਟ ਕਿੱਦਾਂ ਜੁੜੀ ਜੇ ਮੰਨ ਲਓ ਆ ਪੌੜੀ ਜਿਹੜੀ ਆ ਹਨਾ ਇਥੋਂ ਐਸਐਚ ਕਹਿੰਦਾ ਜੀ ਕਿਤੇ ਇਹਦਾ ਪੈਰ ਆ ਪੌੜੀ ਦਾ ਪੈਰ ਹਿਲ ਜਵੇ ਤੇ ਇਹ ਇਥੋਂ ਇਧਰ ਨੂੰ ਨਿਕਲੋ Yes, sir. Yes, sir. ਇਹਦਾ ਮਤਲਬ ਜਦੋਂ ਨੇ ਇਸ ਸਾਈਡ ਨੂੰ ਨਿਕਲਦਾ ਤੇ ਦੂਜਾ ਜੇ ਇਹ ਘੁੰਮ ਗਈ ਮੰਨ ਲਓ ਅਸੀਂ ਕਹਿੰਦੇ ਜੀ ਲੈਡਰ ਇੱਥੇ ਘੁੰਮ ਗਈ ਇਸ ਵੇਲੇ ਇੱਥੋਂ ਘੁੰਮ ਗਈ ਤੇ ਇਹਦਾ ਮਤਲਬ ਆ ਪੁਆਇੰਟ ਦੇ ਅਬਾਊਟ ਇਹਨੇ ਇੱਥੇ ਰੋਟੇਟ ਕਰ ਜਾਣਾ Yes, sir. Yes, sir. Yes, sir. ਜਿਹੜੇ ਗੱਲ ਸਮਝ ਲੱਗਦੀ ਪਈ ਆ ਜੋ ਦੱਸਦਾ ਪਿਆ Yes, sir. ਇਹਦਾ ਮਤਲਬ ਹੋ ਗਿਆ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਇਸ ਇਨਸਟੈਂਟ ਤੇ ਮਨਿੰਦਰ ਮੈਂ ਇਹ ਕਹਿ ਰਿਹਾ ਬੇਟਾ ਕਿ ਵੀ ਜਦੋਂ ਤੁਹਾਡੇ ਕੋਲ ਐਸਐਚ ਇੱਥੇ ਜੇ ਲੈਡਰ ਤੁਹਾਡੀ ਬੈਲੈਂਸ ਪਈ ਆ ਨਾ ਤੇ ਬੈਲੈਂਸ ਦਾ ਮਤਲਬ ਆ ਕਿ ਵੀ ਆਪਾਂ ਜਿੱਦਾਂ ਪੌੜੀ ਦੀਵਾਰ ਨਾਲ ਲਾਈ ਹੋਵੇ ਜੇ ਆ ਮੇਰੇ ਸਾਹਮਣੇ ਦੀਵਾਰ ਆ ਮੈਂ ਇਹਨਾਂ ਪੌੜੀ ਲਾਈ ਹੋਈ ਇੱਥੇ ਹਨਾ ਤੇ ਜੇ ਪੌੜੀ ਇਸ ਮੂਵਮੈਂਟ ਤੇ ਇੱਥੇ ਬੈਲੈਂਸ ਆ ਇਹਦਾ ਮਤਲਬ ਆ ਉਹਦਾ ਪੈਰ ਜੇ ਇਥੋਂ ਬਾਹਰ ਨੂੰ ਨਿਕਲੇ ਇਸ ਵੇ ਨਾਲ ਤੇ ਪੌੜੀ ਮੇਰੀ ਐ ਕਰਕੇ ਬਦਲ ਨੂੰ ਖਿੱਚੂਗੀ ਇਹ ਮਤਲਬ ਬਾਡੀ ਜਿਹੜੀ ਆ ਇਥੋਂ ਇਸ ਵੇ ਨਾਲ ਜਿਹੜੀ ਸਟੇਅਰ ਹੋਏਗੀ ਇੱਥੇ ਹਨਾ ਉਹਦਾ ਥਲੜਾ ਪੈਰ ਜੇ ਖਿਸਕ ਗਿਆ ਆਪਣੀ ਥਾਂ ਤੋਂ ਇਹਨੇ ਐ ਕਰਕੇ ਚੁੱਕਿਆ ਜਾਣਾ ਇਹਦੇ ਨਾਲ ਜੇ ਇਹ ਇਸ ਵੇ ਨਾਲ ਰੋਟੇਟ ਕਰ ਜਾਂਦੀ ਆ ਤੇ ਔਰ ਇਸ ਮੂਵਮੈਂਟ ਦੇ ਉੱਤੇ ਬਾਡੀ ਦੇ ਅੰਦਰ ਰੋਟੇਸ਼ਨਲ ਇਕੁਇਲਿਬ੍ਰੀਅਮ ਨਹੀਂ ਆਏਗਾ ਪਰ ਜੇ ਬਾਡੀ ਮੇਰੀ ਯਾਨੀ ਲੈਡਰ ਇਸ ਵੇਲੇ ਬੈਲੈਂਸ ਸਟੇਟ 'ਚ ਆ ਤੇ ਉਹ ਦੋ ਕੰਡੀਸ਼ਨਾਂ ਜਸਟੀਫਾਈ ਕਰਦੀ ਪਈ ਆ ਇੱਕ ਰੋਟੇਸ਼ਨਲ ਇਕੁਇਲਿਬ੍ਰੀਅਮ ਵੀ ਬਣਿਆ ਤੇ ਇੱਕ ਟ੍ਰਾਂਸਲੇਸ਼ਨਲ ਵੀ ਉਹਦੇ ਲਈ ਆਪਾਂ ਵਰਡ ਇੱਥੇ ਇਹ ਦਿੰਦੇ ਪਏ ਆ ਕਿ ਇੱਥੇ ਇੱਕ ਹੋਰ ਫੋਰਸ ਐਗਜ਼ਿਸਟ ਕਰੇਗੀ ਜਿਹੜੀ ਇਹਨੂੰ ਸਲਿਪ ਹੋਣ ਤੋਂ ਰੋਕਦੀ ਪਈ ਹੈ ਐਂਡ ਦੈਟ ਇਜ਼ ਦਾ ਫੋਰਸ ਆਫ ਫ੍ਰਿਕਸ਼ਨ ਕਿਉਂਕਿ ਜੇ ਇਹਦਾ ਪੈਰ ਚੁੱਕਿਆ ਗਿਆ ਇਥੋਂ ਤੇ ਇਹਨੇ ਇਧਰ ਨੂੰ ਨਿਕਲਣਾ ਤੇ ਇਸ ਲਈ ਇਸ ਇਨਸਟੈਂਟ ਤੇ ਇਸ ਡਾਇਰੈਕਸ਼ਨ ਦੇ ਅੰਦਰ ਇੱਥੇ ਫੋਰਸ ਆਫ ਫ੍ਰਿਕਸ਼ਨ ਵੀ ਹੋਏਗੀ ਕਿ ਆ ਗੱਲ ਸਮਝ ਆਈ Yes. Yes, sir. ਹੁਣ ਇਸ ਪੁਆਇੰਟ A ਦੇ ਉੱਤੇ ਜੇ ਮੈਂ ਐਕਚੁਅਲ ਨਾਰਮਲ ਜੇ ਮੈਂ ਇਸ A ਪੁਆਇੰਟ ਤੇ ਰਿਐਕਸ਼ਨਲ ਫੋਰਸ ਹੁਣ ਦੇਖਣੀ ਹੋਵੇ ਨਾ ਤੇ A ਪੁਆਇੰਟ ਤੇ ਦੋ ਫੋਰਸਸ ਆ ਗਈਆਂ ਹਨਾ ਔਰ ਆ ਦੋ ਫੋਰਸਸ ਜਿਹੜੀਆਂ ਨੇ ਇਹ ਮੇਰੇ ਕੋਲ ਐਸਐਚ ਟੇਲ ਟੂ ਟੇਲ ਜੁੜੀਆਂ ਤੇ ਜੇ ਇਹਨਾਂ ਦੋ ਫੋਰਸਸ ਦਾ ਮੈਂ ਰਿਜ਼ਲਟੈਂਟ ਕੱਢਣਾ ਹੋਵੇ ਤੇ ਡਾਇਗਨਲ ਦੇ ਅਲੋਂਗ ਆ ਲਾਈਨ ਹੋਏਗੀ ਡਾਇਗਨਲ ਦੇ ਅਲੋਂਗ ਆ ਲਾਈਨ ਹੋਏਗੀ ਜਿਹਦੇ ਅਲੋਂਗ ਇਹਨਾਂ ਦੋਨਾਂ ਦਾ ਰਿਜ਼ਲਟੈਂਟ ਆ ਜਾ Yes, sir. Yes, sir. ਇਹਦਾ ਮਤਲਬ ਆ ਮੇਰੀ ਰਿਜ਼ਲਟੈਂਟ ਰਿਐਕਸ਼ਨਲ ਫੋਰਸ ਇਸ A ਪੁਆਇੰਟ ਤੇ ਐਕਟ ਕਰੇਗੀ ਇੱਕ ਮੈਨੂੰ R2 ਲੱਭਣਾ ਪਏਗਾ ਇੱਕ ਮੈਨੂੰ R ਫਾਈਂਡ ਆਊਟ ਕਰਨਾ ਇੱਕ ਮੈਂ R1 ਫਾਈਂਡ ਆਊਟ ਕਰਨਾ ਕਿਆ ਕੰਡੀਸ਼ਨਾਂ ਕਲੀਅਰ ਆਉਣ ਸਾਰਿਆਂ ਨੂੰ Yes, sir. Yes, sir. Yes, sir. ਮੈਂ ਜਲਦੀ ਸਟੇਟਮੈਂਟ ਇੱਕ ਵਾਰੀ ਕੰਪਲੀਟ ਕਰ ਰਿਹਾ ਦੁਬਾਰਾ ਜਿਹੜੇ ਲੇਟ ਜੁਆਇਨ ਸੀਗੇ ਇੱਕ ਵਾਰੀ ਸੁਣ ਲਓ ਆਪਾਂ ਨੂੰ ਨੂਮੈਰੀਕਲ ਚ ਗਿਵਨ ਹੈ ਕਿ ਲੈਡਰ ਹੈਗੀ ਆ ਇਹ ਵੀ ਮੇਰੀ ਲੈਡਰ ਆ 3 ਮੀਟਰ ਲੌਂਗ ਲੈਡਰ ਆ ਦੀਵਾਰ ਦੇ ਨਾਲ ਲਗਾਈ ਹੋਈ ਆ ਔਰ ਉਹਦੇ ਪੈਰ ਜਿਹੜਾ ਵਾ ਲੈਡਰ ਦਾ ਉਹ ਅਸੀਂ ਇਹਦੇ ਕਹਿੰਦਾ ਜੀ ਬਾਲ ਦੇ ਫੁੱਟ ਤੋਂ ਠੀਕ ਹੈ 1 ਮੀਟਰ ਦੂਰ ਰੱਖਿਆ ਹੋਇਆ ਤੇ ਇਸ ਵੇਲੇ ਲੈਡਰ ਮੇਰੀ ਬੈਲੈਂਸ ਕੰਡੀਸ਼ਨ 'ਚ ਪਈ ਹੈ ਤੇ ਉਹ ਕਹਿੰਦਾ ਕਿ ਵੀ ਇਹਨੇ ਜਿਹੜੀ ਬਾਲ ਦੇ ਉੱਤੇ ਤੇ ਜਿਹੜੀ ਫਲੋਰ ਦੇ ਉੱਤੇ ਰਿਐਕਸ਼ਨਸ ਦਿੱਤੀਆਂ ਨੇ ਉਹਨਾਂ ਰਿਐਕਸ਼ਨਸ ਦੀ ਵੈਲਿਊ ਕੈਲਕੂਲੇਟ ਕਰੋ ਕਿੰਨੀ ਤੇ ਉਹ ਕੈਲਕੂਲੇਟ ਕਰਨ ਲਈ ਅਸੀਂ ਉਹਦੇ 'ਚ ਕੰਡੀਸ਼ਨ ਇਹ ਦਿੱਤੀ ਆ ਕਿ ਵੀ ਜੇ ਲੈਡਰ ਇਸ ਵੇਲੇ ਰੈਸਟ ਦੀ ਸਟੇਟ 'ਚ ਆ ਬੈਲੈਂਸ ਆਪਣੇ ਆਪ ਦੀਵਾਰ ਨਾਲ ਜਿਹੜੀ ਆ ਇਹਦਾ ਟੇਢੀ ਕਰਕੇ ਖੜੀ ਕੀਤੀ ਹੋਈ ਆ ਤੇ ਉਹ 'ਚ ਬੇਟਾ ਦੋ ਤਰ੍ਹਾਂ ਦਾ ਇਕੁਇਲਿਬ੍ਰੀਅਮ ਮੇਨਟੇਨ ਇੱਕ ਉਹਦੇ ਅੰਦਰ ਤੁਹਾਡੇ ਕੋਲ ਜਿਹੜਾ ਟ੍ਰਾਂਸਲੇਸ਼ਨਲ ਔਰ ਇੱਕ ਉਹਦੇ ਅੰਦਰ ਰੋਟੇਸ਼ਨਲ ਇਕੁਇਲਿਬ੍ਰੀਅਮ
ਹੁਣ ਇਹਨਾਂ ਕੰਡੀਸ਼ਨ ਦੇ ਅੰਡਰ ਤੁਸੀਂ R1 ਤੇ R2 ਇਹਨਾਂ ਵੇਰੀਏਬਲ ਦੀ ਵੈਲਿਊ ਲੱਭ ਕੇ ਦੇਣੀ ਆ। ਕਿ ਇੰਨੀ ਗੱਲ ਕਲੀਅਰ ਆ? Yes, sir. Yes, sir. ਇਹ ਵੇਰੀਏਬਲ ਨੂੰ Yes, sir. ਫਾਈਂਡ ਕਰਨ ਵਾਸਤੇ ਕੰਡੀਸ਼ਨਾਂ ਦੋ ਬੋਲੀਆਂ, ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਲਾ ਲਓ ਤੇ ਰੋਟੇਸ਼ਨਲ। ਟ੍ਰਾਂਸਲੇਸ਼ਨਲ ਇਕੁਇਲਿਬ੍ਰੀਅਮ ਦਾ ਮਤਲਬ ਇਹ ਆ ਕਿ ਸਿਸਟਮ ਦੀ ਨੈਟ ਫੋਰਸ 0 ਆ, ਔਰ ਰੋਟੇਸ਼ਨਲ ਇਕੁਇਲਿਬ੍ਰੀਅਮ ਦਾ ਮਤਲਬ ਇਹ ਆ ਕਿ ਵੀ ਸਿਸਟਮ ਦਾ ਨੈਟ ਟਾਰਕ 0 ਆ। ਇਹਨਾਂ ਦੋ ਕੰਡੀਸ਼ਨ ਦੇ ਉੱਤੇ ਜੇ ਲਗਾਵਾਂ ਤੇ ਆਪਾਂ ਇਦਾਂ ਲਗਾ ਰਹੇ ਫॉर ट्रांसलेशनल इक्विलिब्रियम जे ट्रांसलेशनल इक्विलिब्रियम लाइए ते सिस्टम दी नेट फोर्स 0 करो। इस वेले दो तरह दी फोर्सेस ने, जे आ लवा ते हॉरिजॉन्टल आ, जे आ लवा ते वर्टिकल आ, है ना। ਇਹਦੀ ਇੱਥੇ ਵੀ ਹੈਗੀਆਂ ਨੇ। ਇਹਦਾ ਮਤਲਬ ਇਹ ਹੋ ਗਿਆ ਕਿ ट्रांसलेशनल इक्विलिब्रियम हॉरिजॉन्टल डायरेक्शन ਚ ਵੀ ਲੱਗਣਾ ਤੇ वर्टिकल ਚ ਵੀ लगना। For translational equilibrium पहला लगा रहे हैं in horizontal direction, horizontal direction से केडी फोर्स की ना बैलेंस है दसेगा कोई है ना। horizontal direction से कौन की ना बैलेंस है बोलेगा कोई है ना। R1 ਤੇ friction। बिल्कुल R1 ਦੇ opposite ਪੁੱਤ ਧਿਆਨ ਦਿਓ, R1 ਦੇ opposite ਜਿਹੜੀ ਫੋਰਸ ਆ, R1 horizontal direction ਚ ਤੇ R1 ਦੇ opposite ਫੋਰਸ ਆ friction ਆ। ਇਹਦਾ ਮਤਲਬ ਜੇ ਇੱਧਰ ਜਾਂ ਇੱਧਰ ਕਿਸੇ ਪਾਸੇ ਨੂੰ ਮੇਰੀ ਇਹ ਜਿਹੜੀ ਲੈਡਰ ਨਹੀਂ ਖਿਸਕਦੀ ਪਈ ਤੇ ਇਹਦਾ ਮਤਲਬ ਆ ਇਸ R1 ਨੂੰ ਇਸ F ਨੇ ਬੈਲੈਂਸ ਕੀਤਾ। ਕਿ ਗੱਲ ਸਮਝ ਆਈ? Yes, तुम्हें लगी पुत? Yes, sir. Yes, sir. ये लिख दो फिर इन वर्टिकल डायरेक्शन। ਤੇ ਜੇ वर्टिकल डायरेक्शन ਚ ਲਿਖ ਕੇ ਚਲੀਏ ਤੇ वर्टिकल कौन किना बैलेंस आ? R2 or W? R2 the mass. ਤੇ weight कितना बैलेंस आ? ये मतलब R2 equal to weight आ जाएगा। क्या इतनी गल क्लियर है? Yes, sir. Yes. Yes, sir. चल ਹੁਣ ਇੱਥੇ ਜੇ ਆਪਾਂ ਐਸਾ ਚ ਫਰਦਰ ਕੰਟੀਨਿਊ ਕਰੀਏ, ਠੀਕ ਹੈ, ਤੇ ਰੋਟੇਸ਼ਨਲ ਇਕੁਇਲਿਬ੍ਰੀਅਮ ਲਗਾ ਲਓ। ਵੈਲਿਊ ਬਾਅਦ ਚ ਸੋਲਵ ਕਰੀ ਚੱਲਿਓ, ਆਪਾਂ ਮੇਨ ਇਕੁਏਸ਼ਨਾਂ ਬਣਾਉਣੀਆਂ। ਹੁਣ ਰੋਟੇਸ਼ਨਲ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਬੋਲੋ ਕਿਨੂੰ ਆਪਾਂ ਕਿੱਦਾਂ ਬੈਲੈਂਸ ਕਰਾਈਏ। ਬਾਡੀ ਆਪਣੀ ਇਸ A ਦੇ ਅਬਾਊਟ ਰੋਟੇਟ ਕਰਨੀ ਆ। ਜੇ ਪੈਰ ਚੁੱਕਿਆ ਗਿਆ ਇਹਦਾ ਬਾਡੀ ਦਾ ਤੇ ਇਹਨੇ ਐ ਕਰਕੇ ਉੱਪਰ ਨੂੰ ਚੁੱਕਿਆ ਜਾਣਾ। ਇਹ ਮਤਲਬ ਬਾਡੀ ਇਹਦੇ ਅਬਾਊਟ ਘੁੰਮਣੀ ਆ ਤੇ ਇਸ ਲਈ ਇਸ A ਪੁਆਇੰਟ ਦੇ ਅਬਾਊਟ ਮੈਨੂੰ ਰੋਟੇਸ਼ਨਲ ਇਕੁਇਲਿਬ੍ਰੀਅਮ ਲਿਖਾਵੋ। ਰੋਟੇਸ਼ਨਲ ਇਕੁਇਲਿਬ੍ਰੀਅਮ ਦਾ ਮਤਲਬ ਇਹ ਹੋਏਗਾ ਕਿ ਟੋਟਲ ਟਾਰਕ ਅਬਾਊਟ A ਪੁਆਇੰਟ ਅਸੀਂ ਜਿਹੜਾ ਵਾ ਉਹ 0 ਲੈਣਾ, ਠੀਕ ਹੈ। ਤੇ ਇੱਥੇ ਟਾਰਕ ਕਿਹੜੀ ਕਿਹੜੀ ਫੋਰਸ ਦਾ ਆਊਗਾ ਤੇ ਕਿੱਦਾਂ ਉਹਨੂੰ ਮੈਂ ਲਿਖਾਂ, ਇਹ ਤੁਸੀਂ ਬੋਲੋਗੇ ਜਲਦੀ ਜਲਦੀ। बोलेगा कोई? जिन्नियां फोर्सेस ने उन सारियां फोर्सेस दे टॉर्क दी वैल्यू अबाउट A पॉइंट डिफाइन करो। कौन करेगा जी? जीवन, मनरूप, Sir, R into 3. थोड़ा ऊंची बोल बेटा। R into 3, sir. R into 3, sir, into distance AB ਜਿਹੜਾ ਲਿਆ ਆਪਾਂ। नहीं आवाज नहीं सही आई बच्चे। R into की कह दो पुत्र। R into केड़ा डिस्टेंस कह रहे हो? Sir, R into 3 कह रहे हैं। R into 3 ओके। पर बच्चे ऐसा चीज ध्यान दो, ठीक है, थोड़ा जिहा ध्यान ना, ठीक है। जीवन लग गया पता बेटा। बेटा आ पॉइंट दे अबाउट जदों बॉडी रोटेट करनी आ, ठीक है, आ पॉइंट दे अबाउट जदों बॉडी रोटेट करनी है ते टॉर्क किन्नू कहीदा आपां? टॉर्क हुंदा फोर्स इनटू परपेंडिकुलर डिस्टेंस फ्रॉम एक्सिस ऑफ रोटेशन। ते जे इस वेले मेरा एक्सिस ऑफ रोटेशन इत्थों ही पास हुंदा पिया ते इत्थों जेड़ा डिस्टेंस लऊंगा किसी भी फोर्स दा, वो डिस्टेंस की होऊगा? 0। हाँ 0. 0।
ਉਹ ਤੇ ਜਿਹਦੇ ਨਹੀਂ ਗੱਲ ਸਮਝ ਲੱਗੀ ਉਹ ਜ਼ਰੂਰ ਇਸ ਚੀਜ਼ ਨੂੰ ਇੱਕ ਵਾਰੀ ਸਮਝਿਓ, ਸਾਇਲੈਂਟ ਨਾ ਉਦਾਂ ਰਹਿ ਜਿਓ। ਸਮਝਣ ਵਾਲੀ ਚੀਜ਼ ਆ। ਜੇ ਮੈਂ F ਫੋਰਸ ਲਿਖਣੀ ਹੋਵੇ, ਜੇ ਮੈਂ R2 ਫੋਰਸ ਲਿਖਣੀ ਹੋਵੇ, R2 ਤੇ F ਦਾ ਰਿਜ਼ਲਟੈਂਟ R, ਜੇ मैं R2 या F फोर्स लिखा और इनटू परपेंडिकुलर डिस्टेंस, आ लाइन बार-बार कहना टॉर्क क्या जांदा फोर्स इनटू परपेंडिकुलर डिस्टेंस फ्रॉम एक्सिस ऑफ रोटेशन। ते जे मैं F फोर्स लवां और इनू मल्टीप्लाई करना मैं परपेंडिकुलर डिस्टेंस फ्रॉम एक्सिस, ते ये फोर्स ते लगदी ऑन एक्सिस पई आ। ते जे ये फोर्स ऑन एक्सिस लगदियां पईयां दोनों दियां दोनों, ਤੇ ਇਹਨਾਂ ਦੋਨਾਂ ਫੋਰਸਸ ਦਾ ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੁਲਰ ਡਿਸਟੈਂਸ 0 ਨਹੀਂ ਹੋਏਗਾ। yes sir, Yes, sir. Yes, sir. Yes, sir. ਲੱਗਦੀ ਪਈ ਬੱਚੇ, ਇਹਦਾ ਮਤਲਬ ਜੇ ਇਹਨਾਂ ਦਾ ਐਕਸਿਸ ਆਫ ਰੋਟੇਸ਼ਨ ਤੋਂ ਪਰਪੈਂਡੀਕੁਲਰ ਡਿਸਟੈਂਸ 0 ਆ, ਇਹਦਾ ਮਤਲਬ ਮੇਰੀਆਂ ਦੋ ਫੋਰਸਸ ਦੇ ਤੇ ਐਕਸਿਸ ਆਫ ਰੋਟੇਸ਼ਨ ਤੋਂ ਟਾਰਕ ਬਣਨਾ ਹੀ ਨਹੀਂ। ਨਾ F ਦਾ ਟਾਰਕ ਬਣਨਾ A ਦੇ ਅਬਾਊਟ, ਨਾ R2 ਦਾ ਟਾਰਕ ਬਣਨਾ A ਦੇ ਅਬਾਊਟ। ਇਹਦਾ ਮਤਲਬ ਇਹ ਦੋ ਫੋਰਸਿਸ ਦੇ ਟਾਰਕ ਦੀ ਵੈਲਿਊ 0 ਆਏਗੀ। ਜੀਵਨ ਗੱਲ ਸਮਝ ਲੱਗੀ ਬੇਟਾ? ਓਕੇ, ਹੁਣ ਤੀਜੀ ਫੋਰਸ ਮੇਰੇ ਕੋਲ ਆ ਪਈ ਆ W, ਤੇ ਜੇ ਮੈਂ W ਫੋਰਸ ਲਵਾਂ ਤੇ ਜਦੋਂ ਇਹਨੇ S ਚ ਰੋਟੇਟ ਕਰਾਣਾ, ਆ W ਫੋਰਸ ਆ ਗਈ, ਇਹਦਾ ਐਕਸਿਸ ਆਫ ਰੋਟੇਸ਼ਨ ਤੋਂ ਡਿਸਟੈਂਸ ਜਿਹੜਾ ਹੋਏਗਾ ਉਹ ਆ ਡਿਸਟੈਂਸ ਆ ਜੂ। ਆ ਗੱਲ ਸਮਝ ਲੱਗਦੀ ਵੀ? Yes, sir. ਤੇ ਜੇ ਮੈਂ ਇਸੇ ਤਰ੍ਹਾਂ ਹੀ ਆ ਫੋਰਸ ਲਵਾਂ, ਜੇ ਮੈਂ ਆ ਫੋਰਸ ਲਵਾਂ ਔਰ ਆ ਮੇਰੀ ਲਾਈਨ ਆ ਗਈ, ਠੀਕ ਹੈ, ਤੇ ਇਹਦਾ ਜਿਹੜਾ ਐਸ ਐਚ ਡਿਸਟੈਂਸ ਹੋਏਗਾ ਉਹ ਆ ਲਾਈਨ ਦੇ ਅਲੋਂਗ ਆ ਜਾਊ। ਫੋਰਸ ਮੇਰੀ ਆ ਲਾਈਨ ਤੇ ਆ ਗਈ, ਫੋਰਸ ਮੇਰੀ ਆ ਲਾਈਨ ਤੇ ਆ ਗਈ ਹੌਰੀਜ਼ੌਂਟਲ, ਤੇ ਇਨਟੂ ਪਰਪੈਂਡੀਕੁਲਰ ਡਿਸਟੈਂਸ ਮੇਰੇ ਕੋਲ ਜਿਹੜਾ ਵਾ ਉਹ ਇਸ ਲਾਈਨ ਤੇ ਮੈਨੂੰ BC ਦੇ ਅਬਾਊਟ ਮਿਲ ਜਾਊ। yes sir, Yes, sir. बेटे न्यूमेरिकल करन लगे ये चीज़ां दिमाग च आनियां जरूरी ने, ठीक है जी। इस तो बिना न्यूमेरिकल नहीं हो पाएगा, इसलिए इन्ना ध्यान रख के चलो। जे टॉर्क डिफाइन करना ते आप इत्थे नु डिफाइन जनरल कर दिए। वी नो दैट जेड़ा टोटल टॉर्क आएगा, नेट टॉर्क सिस्टम दा जेड़ा होएगा ये अपना 0 आ। इच टॉर्क देण वालियां 4 फोर्सेस आ, 4 फोर्सेस दे विचों 2 फोर्सेस दे टॉर्क ते हैगे 0। ਇਹਦਾ ਮਤਲਬ ਜੇ ਆਪਾਂ ਲਿਖਣਾ ਹੋਵੇ ਇਹਨਾਂ ਚੀਜ਼ਾਂ ਨੂੰ ਤਾਂ ਫਿਰ ਇਦਾਂ ਲਿਖਾਂਗੇ here F into 0, ਠੀਕ ਹੈ। ਅਦਰਵਾਈਜ਼ ਬੇਸ਼ੱਕ ਆ ਲਾਈਨਾਂ ਆ ਵਾਲੀ ਫੋਰਸਿਸ ਦਾ ਟਾਰਕ 0 ਦੇ ਨਾ ਵੀ ਲਿਖੋ ਤਾਂ ਵੀ ਚੱਲੇਗਾ, ਪਲੱਸ R2 into 0। ਉਸ ਤੋਂ ਬਾਅਦ ਇਸ ਪਾਰਟੀਕਲ ਦਾ ਜੇ ਮੈਂ ਟਾਰਕ, ਇਸ ਵੇਟ ਦਾ ਮੈਂ ਟਾਰਕ ਲਿਖਣਾ ਤੇ ਪੁੱਤ ਇਹਦੀ ਰੋਟੇਸ਼ਨ ਲੈ ਕੇ ਚੱਲਾਂ ਤੇ ਇਹਨੇ ਕਲੌਕਵਾਈਜ਼ ਰੋਟੇਟ ਕਰਨਾ। Yes, sir. yes sir, ਜੇ ਮੈਂ ਇਹਦਾ ਟਾਰਕ ਬਣਾਉਂਗਾ ਤੇ ਇਹਨੇ ਐਂਟੀ ਕਲੌਕਵਾਈਜ਼ ਕਰਨਾ ਜੀ, ਰੋਟੇਟ ਕਰਨਾ। ਇਹਦਾ ਮਤਲਬ ਇੱਕ ਦਾ ਟਰਨਿੰਗ ਜਿਹੜਾ ਵਾ ਉਹ ਕਲੌਕਵਾਈਜ਼ ਆ, ਇੱਕ ਦੀ ਟਰਨਿੰਗ ਜਿਹੜੀ ਮੇਰੀ ਐਂਟੀ ਕਲੌਕਵਾਈਜ਼ ਆ, ਜਿਹਦੇ ਕਰਕੇ ਇਹ ਇੱਕ ਦੂਜੇ ਦੇ ਟਰਨਿੰਗ ਨੂੰ ਕੈਨਸਲ ਕਰੂਗੇ। Yes, sir. ਸੋ ਜੇ ਇੱਥੇ ਆਪਾਂ W ਦਾ ਲਿਖੀਏ, weight ਲਿਖ ਦਵਾਂ, weight ਇਨਟੂ, ਠੀਕ ਆ, weight ਇਨਟੂ ਆ, ਇਹਨੂੰ ਇੱਥੇ ਪਰਪੈਂਡੀਕੁਲਰ ਡਰਾ ਕਰ ਲਓ ਤੇ ਆ ਇਸ ਲਾਈਨ ਨੂੰ ਜਿਹੜਾ ਬਾਈਸੈਕਟ ਕਰੇਗਾ, ਕਿਉਂਕਿ weight ਇਹਦੇ ਸੈਂਟਰ 'ਚ ਬੈਲੈਂਸ ਆ, ਸੈਂਟਰ 'ਚ ਬੈਲੈਂਸ ਹੋਣ ਕਰਕੇ ਇਹਨੇ ਇਸ ਲੈਂਥ ਨੂੰ ਬਾਈਸੈਕਟ ਕਰ ਦੇਣਾ। yes sir, Yes, sir. ਮਤਲਬ ਜੇ ਆ ਪੂਰੀ ਲੈਂਥ ਮੇਰੀ 1 ਮੀਟਰ ਗਿਵਨ ਆ ਤੇ A ਤੋਂ ਆ ਪੁਆਇੰਟ ਜਿੱਥੇ ਇਹ weight ਵਾਲੀ ਲਾਈਨ ਆ ਕੇ ਐਡ ਹੁੰਦੀ ਆ, ਹਨਾ, ਆ ਡਿਸਟੈਂਸ ਮੇਰਾ ਹਾਫ ਮੀਟਰ ਰਹਿ ਜਾਓ। Yes, sir. इसलिए जे मैं इतने W1 ही लिखनी होवे कंडीशन ते अपने को आ गया weight into 1/2, और क्योंकि ये क्लॉकवाइज रोटेट कराएगा, ठीक है, इसलिए ਇਹਦਾ ਟਾਰਕ ਜਿਹੜਾ ਵਾ ਉਹ ਮੇਰਾ ਮਾਈਨਸ ਆ ਜੂ, ਕਿਉਂਕਿ ਅਸੀਂ ਕਲੌਕਵਾਈਜ਼ ਟਾਰਕ ਨੂੰ ਨੈਗੇਟਿਵ ਤੇ ਐਂਟੀ ਕਲੌਕਵਾਈਜ਼ ਟਾਰਕ ਨੂੰ ਪੋਜ਼ਿਟਿਵ ਡਿਫਾਈਨ ਕਰ ਦਿੰਦੇ, ਇਸ ਲਈ ਆ ਟਰਮ ਮੇਰੀ ਮਾਈਨਸ ਆ ਜੂ ਜੀ। Yes, sir. Yes, sir. प्लस ਜਿਹੜੀ ਹੁਣ ਆ ਫੋਰਸ ਰਹਿ ਗਈ R1 ਇਨਟੂ ਇਹਦਾ ਡਿਸਟੈਂਸ ਆ ਜਿਹੜਾ ਆਪਾਂ ਕੈਲਕੂਲੇਟ ਕੀਤਾ, ਇਹ ਆ ਗਿਆ 2√2, ਔਰ ਇਹ ਮੇਰੇ ਕੋਲ ਆ ਗਿਆ ਪਲੱਸ ਦੇ ਅੰਦਰ। ਹੁਣ ਇੰਨਾ ਮੇਰੇ ਸਿਸਟਮ ਦਾ ਟੋਟਲ ਟਾਰਕ ਆ ਤੇ ਇਹਦੀ ਨੈਟ ਵੈਲਿਊ ਆਪਣੇ ਕੋਲ ਕਰਨਾ ਇਕੁਏਟ ਕਰ ਦੋ 0। ਆ ਦੋ ਟਰਮ ਨਿਕਲ ਹੀ ਗਈਆਂ, ਇਹ ਮਤਲਬ ਆਪਣੇ ਕੋਲ ਟਰਮ ਆ ਜਾਏਗੀ ਇਹਦੇ ਵਿੱਚੋਂ therefore W into 1/2 ਮਾਈਨਸ ਸਾਈਨ ਐਡਜਸਟ ਕਰ ਰਿਹਾ ਇਕੁਅਲ ਟੂ R1 into 2√2। इक्वेशन 1, इक्वेशन 2 ਤੇ ਇਕੁਏਸ਼ਨ 3, ਤਿੰਨ ਇਕੁਏਸ਼ਨ ਬਣੀਆਂ। ਤਿੰਨ ਇਕੁਏਸ਼ਨ ਦੇ ਨਾਲ ਜੇ ਮੈਂ ਲੈ ਕੇ ਚੱਲਾਂ, ਇੱਕ F ਅਨਨੋਨ ਸੀਗਾ,
ठीक है, ये मेरे को ते दूजा R1 अननोन सीगा, तीजा R2 अननोन सीगा। ਇਹਦਾ मतलब मेरे को टोटल 3 अननोन वेरिएबल ਸੀਗੇ इस न्यूमेरिकल ਦੇ ਅੰਦਰ, ठीक है, और 3 इक्वेशन बन गई ਤੇ ਸਾਈਮਲਟੇਨਸ 3 ਇਕੁਏਸ਼ਨਾਂ ਸੋਲਵ ਕਰ ਲਾ, ਇਹ ਤਿੰਨੇ ਦੇ ਤਿੰਨੇ ਅਨਨੋਨ ਵੇਰੀਏਬਲ ਕੈਲਕੂਲੇਟ ਹੋ ਜੂਗੇ। Yes, sir. एक तो सॉल्व करूंगा, वेट मैंने दसिया होया, वेट मेरे को हैगा मतलब R1 की वैल्यू आ जानी, R1 की वैल्यू ਇਹਦੇ ਅਕੋਰਡਿੰਗਲੀ ਲੈ ਕੇ ਚੱਲਾ ਤੇ ਫੋਰਸ ਆਫ ਫ੍ਰਿਕਸ਼ਨ ਬਣ ਗਈ, ठीक है। जे फोर्स ऑफ फ्रिक्शन निकल आई तो इसमें दो वेरिएबल ते आ गए। तीजा R2 कटना, R2 ਇਹਦਾ मतलब मेरे को ਜਿਹੜੇ ਤੋਂ ਕਹਿੰਦਾ ਜੀ weight ਦੇ ਇਕੁਅਲ ਆ, और weight भी मेरे को गिवन है, ਇਹ मतलब R2 भी आ जू। सो आ तीन वेरिएबल कैलकुलेट करके मेरे को ऐसा च नॉर्मल रिएक्शंस ਜਿਹੜੀਆਂ ਨੇ ਉਹ कैलकुलेट हो जाएंगी। क्या इतना समय लग गया? Yes, sir. Yes, sir. न्यूमेरिकल इंपॉर्टेंट आ, ध्यान ਨਾਲ ਸਮਝਣ ਵਾਲਾ ਵਾ। क्या क्लियर होया सारिਆਂ ਨੂੰ? Yes, sir. Yes, sir. Yes, sir. ओके डन जी। नेक्स्ट न्यूमेरिकल 26th स्टेटमेंट पढ़ो जल्दी जल्दी। ये हर न्यूमेरिकल टाइम लेके सॉल्व होने वाला, इसलिए थोड़ा टाइम अपन लगता जाना बेटा। 26 दी स्टेटमेंट जल्दी जल्दी। पढ़ के वेरिएबल तुसी दसने आ, पढ़ जल्दी जल्दी लो। पढ़ लिया जी? Yes, पढ़ sir. लिया बच्चों? Yes, sir. चल क्वेश्चन है कि बना एंगुलर स्पीड ऑफ ए मोटर व्हील is increased from 1200 rpm to 3120 rpm in 16 seconds. What is the angular acceleration? What is the angular acceleration? एक मिनट रुकिए। हाँ, एक वर्ड मिसिंग है अंदर। व्हाट इज द एंगुलर एक्सेलरेशन अज्यूमिंग टू बी यूनिफॉर्म? एक्सेलरेशन बेटा कितनी होएगी वो कैलकुलेट करनी है। वी अज्यूम कि भी एक्सेलरेशन अल्फा दी वैल्यू जिहड़ी आ वो कांस्टेंट बनी रहेगी, वो चेंज नहीं होनी। जिदा आप स्टैंडर्ड इक्वेशन ऑफ मोशन लिखते हैं v इक्वल टू u प्लस at, वो च ये लेके चलते कि भी एक्सेलरेशन दी वैल्यू कांस्टेंट है। गल समझ आई? Yes, sir. Yes, sir. Yes, sir. Yes, sir. ठीक है जी, अपने को लिखते अल्फा फाइंड आउट कर दो। सेकंड उन्होंने क्या, हाउ मेनी रेवोल्यूशन डज द इंजन मेक ड्यूरिंग दिस टाइम? ओदियां पुੱਤ नंबर ऑफ रेवोल्यूशन दसनियां सी कितनी आईਆਂ, ठीक है। ओदे वास्ते अपने न्यूमेरिकल च जो गिवन है एंगुलर स्पीड इंक्रीज फ्रॉम 1200 आरपीएम, ये केड़े वेरिएबल है मेरे? Frequency. 1200 आरपीएम ਤੇ ਦੂਜਾ 3120 आरपीएम, ਇਹ ਕਿਹੜਾ ਵੇਰੀਏਬਲ ਆ? Sir, frequency. हाँ Angular velocity. मनन द्वारा बोलो। Frequency. फ्रीक्वेंसी के बना ये न्यू वन आ गया। इतने वर्ड उन्हें जरूर एंगुलर लिखा वा कि भी एंगुलर स्पीड ते नॉर्मली गलती करन लगे किसी ने जिहड़ी कर जानी उन्हें इनू ओमेगा लिख बैठना। ते पुत्त ये ध्यान रखियो, ये तो ओमेगा बनना वा, ये ओमेगा नहीं हैगा, यूनिट जरूर चेक कर लियो। ये न्यू वन आ गया, न्यू टू आ गया, इतने वैल्यू बन गई 1200/60, ठीक है। इस बार अपने को 20 आरपीएस 20 रेवोल्यूशन पर सेकंड दी लीनियर फ्रीक्वेंसी न्यू वन गिवन है, और ਇਹਦੇ ਤੋਂ ओमेगा 1 बना लांगे which is given by 2 pi nu 1, ठीक। 2 pi ਨਾਲ मल्टीप्लाई कर लिए तो अपने को आ गया 40 pi रेडियन पर सेकंड, ये मेरा ओमेगा 1। क्लियर है? Yes, sir. यदि इतने जे चलिए तो अपने को वैल्यू 3120/60, ठीक है। इन्हें सॉल्व करिए तो 6 5 दा 30 तो 6 2 दा 52 आ गया।
52 rps और इधरों 2 पाई न्यू 2 कर दियो ते 2 पाई ने मल्टीप्लाई करिए तो अपने को आ गया जी 104 ठीक है 104 पाई रेडियन पर सेकंड, यानी अपनी एंगुलर फ्रीक्वेंसी 40 पाई रेडियन पर सेकंड को इंक्रीज होके 104 पाई रेडियन पर सेकंड बन गई और इहदे लई टाइम इन्वॉल्वड जेड़ा वा वो हैगा 16 सेकंड। सो t दी वैल्यू 16 सेकंड आ तीन वेरिएबल अपने कोल गिवन आ ठीक है। कैलकुलेट करने ने अपन को क्या वा एंगुलर एक्सेलरेशन अल्फा लभना बेटा। क्या पहला पार्ट हो जू सारे को? Yes, Yes, sir. sir. Yes, sir. फॉर्मूला लाइए, केड़ा फॉर्मूला लाइए? Omega equals to omega naught plus alpha t. चल अदरवाइज सिंपल वर्ड च इदा भी बोल दो भावे ए कढना वा आ मेरे को एक तरह मेरा u आ गया आ मेरा v आ गया t आ गया ते a दा फार्मूला v - u / t लग गया। आपा भावे सीधा आ लिख दिए we know that alpha equal to omega 2 minus omega 1 by t ਤੇ ਇਹਦੇ ਕਿੰਨੇ ਵੇਰੀਏਬਲ ਆਪਣੇ ਕੋਲ ਹੈਗੇ? ਪਹਿਲਾ ਪਾਰਟ ਸੋਲਵ ਇਥੋਂ ਹੋ ਜਾਣਾ। क्या पहला पार्ट क्लियर है? Yes, sir. Yes, sir. सेकंड पार्ट जो ने अपन ने पूछा जी कि हाउ मेनी रेवोल्यूशन डज द इंजन मेक ड्यूरिंग दिस टाइम, इन्ने टाइम च दियां रेवोल्यूशंस कितनियां किदा करिए? नंबर ऑफ रेवोल्यूशंस कढनियां किदा कढा? अवराज जी आ बोलो कोई जना। कृतिका कृतिका Sir, theta is equal to omega. कितना करेंगे बेटा? नंबर ऑफ रेवोल्यूशंस कढनियां किदा कैलकुलेट करांगे? इंदर कोई पुत्र जी बोलो कोई है ना, गलत हो जू कुछ नहीं हो चलिया, बोलो जरूर, बार बार कहना बोलो जरूर, बोलो कोई हो जाना जेड़ा भी बोलना चाहे। नंबर ऑफ रेवोल्यूशंस किदा कढांगे? आ अपना व्हील हैगा जेड़ा रोटेट करदा पिया ठीक है ते एदियां नंबर ऑफ रेवोल्यूशंस कढनियां 16 सेकंड च कितनियां हुईयां किदा कैलकुलेट करांगे? सर सेकंड इक्वेशन लगा के थीटा निकल आऊगा, फिर उस तो रेवोल्यूशंस काट सकते हैं। बिल्कुल ठीक है बच्चे, जे थोड़ा जिहा पुੱਤ ਇਹਦੇ ਵਿੱਚ ਧਿਆਨ ਦਿਓ, ਜੇ ਉਹ ਮਨਨ ਨੇ ਬੋਲਿਆ ਵਾ ਤੇ ਬਾਕੀਆਂ ਨੂੰ ਵੀ ਇਹ ਕਨਸੈਪਟ ਆਣਾ ਚਾਹੀਦਾ। ਜਦੋਂ ਇਹ ਰਿਵੋਲਵ ਕਰਦਾ ਪਿਆ ਅਸੀਂ ਕੀ ਸੋਚ ਸਕਦੇ ਇਸ ਕੁਐਸਚਨ ਦੇ ਅੰਦਰ? ਹੋ ਕਹਿੰਦਾ ਪੁੱਤ ਜਦੋਂ ਇੱਕ ਰੈਵੋਲੂਸ਼ਨ ਪੂਰੀ ਕਰੇਗਾ ਇਹ ਐਂਗਲ ਕਵਰ ਕਰੂਗਾ ਕੁਝ? Yes, sir. ਮੈਨੂੰ ਰਿਸਪੌਂਸ ਚਾਹੀਦਾ ਇੱਥੇ, ਮੈਂ ਤੁਹਾਨੂੰ ਦੱਸ ਦਿੱਤਾ ਹੀ। ਜਦੋਂ ਇਹਨੇ ਐਸਐਚ ਰਿਵੋਲਵ ਕਰਨਾ ਤੇ ਇਟ ਮੀਨਸ ਇਨ ਐਵਰੀ ਰੈਵੋਲੂਸ਼ਨ ਇਟ ਸ਼ੁੱਡ ਮੇਡ ਸਰਟਨ ਐਂਗਲ। Yes, sir. Yes, sir. हर रेवोल्यूशन च कुछ एंगल बनता पिया, मैं टोटल एंगल लभ सकदा। एंगुलर डिस्प्लेसमेंट जिन्हों कहने हो थीटा जिन्हों कहने ਅਸੀਂ थीटा ਕੱਢ ਸਕਦੇ ਆ। अल्फा मेरे को निकल आया ठीक है, ओमेगा 1 मेरे को हैगा वा, t मेरे को हैगा वा ते जे मैं s इक्वल टू ut प्लस हाफ at स्क्वायर दी रोटेशनल फॉर्म लिख दवां ਜਿਹੜੀ ਆਪਾਂ ਸੈਕਿੰਡ ਪਾਰਟ ਦੇ ਅੰਦਰ ਜੇ ਆ ਰਿਲੇਸ਼ਨ ਯੂਜ਼ ਕਰ ਲਈਏ we know that theta equal to omega 1 t plus half alpha into t square। इना थीटा निकल आया। थीटा मैंने दसूंगा कि टोटल मेरे को जेड़ा 16 सेकंड दे अंदर, क्योंकि टाइम 16 सेकंड पर आगा, 16 सेकंड दे अंदर कितना एंगल बनया वो मेरे पता लग गया। ਇਹਦਾ मतलब मान लो मेरे को टोटल एंगल जेड़ा वा है ना वो 720 डिग्री बनया होवे ਤੇ ਮੈਨੂੰ ਇਹ ਪਤਾ ਕਿ ਜੇ 720 डिग्री टोटल एंगल बनया ਤੇ ਇੱਕ ਰੈਵੋਲੂਸ਼ਨ ਚ एंगल 360 डिग्री ਹੁੰਦਾ। एक रेवोल्यूशन पूरी होवे एंगल 360 डिग्री हुंदा ते जे मैं नंबर ऑफ रेवोल्यूशंस जेडीयां मैं कैलकुलेट करनीआं टोटल एंगल नु एक रेवोल्यूशन दे एंगल नाल डिवाइड कर लवां ते मेनू एसएच नंबर ऑफ रेवोल्यूशन मिलू। Yes, sir. Yes, sir. Yes, sir. इस फार्मूले नु अप्लाई करके मैं थीटा कढ लवां ते थीटा मेरे को टोटल एंगल बन गया ठीक है बाय द कहंदा जी n रेवोल्यूशन ਤੇ ਅਸੀਂ ਇੱਕ ਰੈਵੋਲੂਸ਼ਨ ਦਾ ਐਂਗਲ ਕੱਢਣਾ ਵਾ। देयरफॉर ਇਹਦੇ ਵਿੱਚ ਕੀ ਕਰ ਦਾਂਗੇ ਨੰਬਰ ਆਫ ਰੈਵੋਲੂਸ਼ਨਸ ਇਕੁਅਲ ਟੂ ਨੰਬਰ ਆਫ ਰੈਵੋਲੂਸ਼ਨਸ ਜਿਹੜੀਆਂ ਆਣੀਆਂ
ਉਹ ਮੇਰੇ ਕੋਲ ਆ ਜੂ total angle covered divided by angle covered in one rotation ਤੇ one rotation ਦਾ angle cover ਮੇਰਾ 2 ਪਾਈ ਆ ठीक है 360 डिग्री ने लवांगा रेडियन च ਆਪਾਂ ਲਿਖਦੇ ਪਏ ਆ ਇਸ ਲਈ ਰੇਡੀਅਨ ਚ ਉਹਨੂੰ ਕੈਲਕੂਲੇਟ ਕਰਾਂਗੇ divided by बेशक इधर लिख दो angle covered in one rotation यानी थीटा बाय 2 पाई आ सॉल्व कर दियो ठीक है जी आ भी 2 पाई रेडियन आ थीटा भी रेडियन च रेडियन ना रेडियन कटिया जाना ਤੇ ਮੇਰੇ ਕੋਲ ਪਿਓਰ ਨੰਬਰ ਆ ਜਾਏਗਾ ਇਹਨਾਂ ਮਿਲੀਅਨ ਨੰਬਰ ਆਫ ਰੈਵੋਲੂਸ਼ਨਸ ਆ ਜਾਣੀਆਂ ਉਹਦਾ ਯੂਨਿਟ ਕੋਈ ਨਹੀਂ ਆਣਾ ਕਿ ਇੰਨੀ ਗੱਲ ਕਲੀਅਰ ਆ Yes, sir. Yes, sir. करिए कंटिन्यू नेक्स्ट न्यूमेरिकल Yes, sir. चल Yes. ਇਸ ਤੋਂ ਬਾਅਦ ਨੈਕਸਟ न्यूमेरिकल ਹੈਗਾ ਤੁਹਾਡੇ ਕੋਲ 28th ਪਹਿਲੋਂ ਪੜਿਓ ਜੀ 27th ਮੈਂ ਕਰਨ ਨੂੰ ਦੇਣਾ ਤੁਹਾਨੂੰ 28th ਪੜੋ जल्दी जल्दी हाँ जी पढ़ लिया क्या पढ़ ली स्टेटमेंट सारे ने Yes, sir. Yes, sir. चलो हिमांशु की स्टेटमेंट गिवन है हिमांशु या हर्षिता हर्षिता Yes, sir. की स्टेटमेंट गिवन है बेटा So, three bodies given है, a ring, a solid cylinder, and a solid sphere. हाँ जी जो एक इंक्लाइन प्लेन से स्टार्ट करती हैं और इनकी उनकी रेडियाई आइडेंटिकल है उसकी सर मैक्सिमम वेलोसिटी फाइंड करनी है जिसके साथ वो ग्राउंड पे रीच करेंगे ठीक ओके हिमांशु ठीक है बेटा कोई नहीं बिल्कुल ठीक है वो तो स्टेटमेंट ग्राइमन किदा करांगे बच्चे अपने क्वेश्चन चों ने ਆਪਾਂ ਨੂੰ ਇਹ ਕਿਹਾ ਵਾ ਕਿ ਵੀ ਇੱਕ ਇਨਕਲਾਈਨਡ ਸਰਫੇਸ ਤੋਂ ਤੁਸੀਂ ਤਿੰਨ ਬੋਡੀ ਵਾਰੀ-ਵਾਰੀ ਰੋਲ ਕਰਾਤੀਆਂ ਇੱਕ ਰਿੰਗ ਸ਼ੇਪ ਚ ਸੀਗੀ ਕਿ ਸੋਲਿਡ ਸਿਲੰਡਰ ਇੱਕ ਸੋਲਿਡ ਸਫੀਅਰ ਤੇ ਉਹਨੇ ਕਿਹਾ ਜੀ ਆਊਟ ਆਫ ਦਾ 3 ठीक है which one will reach the ground with maximum velocity किदा करेंगी बेटा इनको ग्राइमन सर रोटेशनल वेलोसिटी लगा के हाँ बच्चे ऊंची बोल थोड़ा जा सर रोटेशनल दे ना लगा के किदा पुत वही पूछदा मैं केड़ा फार्मूला सोचेंगी कोई ਆਪਾਂ टॉपिक इदा दा कीता जिस च ਆਪਾਂ ਇਹਦੇ ਕਨਸੈਪਟ ਪੜੇ ਹੁਣ हाँ समीक्षा लगा ला बेटा कोई और जाना अभिजीत अवराज अभिजीत अवराज आवाज आ रही है ना बेटा कोई गूंगे ना बन जाया करो न्याणियों कोई और Yes, हर्षल sir. हर्षल किदा करांगे कोई टॉपिक सोचो जेड़ा ਆਪਾਂ ਪੜਿਆ ਸੀ ਇਸ ਚੀਜ਼ ਨਾਲ ਰਿਲੇਟਡ ਹੈਗਾ ਦਿਮਾਗ 'ਚ जीवन जैस्मीन ਸਰ ਰੋਟੇਸ਼ਨਲ ਕਾਈਨੈਟਿਕ એનર્ਜੀ ਤੇ ਟ੍ਰਾਂਜ਼ਿਸ਼ਨਲ ਕਾਈਨੈਟਿਕ એનર્ਜੀ ਵਾਲਾ ਲਾ ਸਕਦੇ ਆ रोटेशनल किनेटिक वाला पार्ट ही क्यों लवांगे बॉडी की करदी पई आ ਸਰ ਮੈਂ ਉਹੀ ਕਿਹਾ ਸਰ ਦੋਵੇਂ ਰੋਲਿੰਗ ਮੋਸ਼ਨ ਦੋਵੇਂ ਲੱਗ ਜਾਣੇ ਆ बिल्कुल वो तो एक चीज दिमाग च लेके आओ जे इस न्यूमेरिकल ਨੂੰ ਆਪਾਂ ਅਟੈਂਪਟ ਕਰਨਾ ਵਾ
ਆਪਾਂ ਇੱਕ ਟੌਪਿਕ ਪੜਿਆ ਸੀਗਾ ਇਸ ਚੈਪਟਰ ਦਾ ਲਾਸਟ ਟੌਪਿਕ ਸੀਗਾ motion of a cylinder rolling down an inclined plane। क्या पता मैं ਜਿਹੜੇ ਟੌਪਿਕ ਦੀ ਗੱਲ ਕਰ ਰਿਹਾ? Yes, sir. Yes, ਟੌਪਿਕ sir. ਦੇ ਅੰਦਰ ਉਸ ਟੌਪਿਕ ਦੇ ਅੰਦਰ ਅਸੀਂ ਇੱਕ ਜਰਨਲ ਫਾਰਮੂਲਾ ਐਕਸਲਰੇਸ਼ਨ ਦਾ ਬਣਾਇਆ ਸੀਗਾ। ਠੀਕ ਹੈ, ਇਥੋਂ ਨਾਲ ਗੱਲ ਸ਼ੁਰੂ ਕਰ ਰਿਹਾ। ਉਸ ਨਿਊਮੈਰੀਕਲ ਉਸ ਟੌਪਿਕ ਦੇ ਅੰਦਰ ਅਸੀਂ ਆ ਕੀਤਾ ਸੀਗਾ ਕਿ ਜੇ ਇਸ ਇਨਕਲਾਈਨਡ ਸਰਫੇਸ ਤੇ ਮੇਰੀ ਬਾਡੀ ਰੋਲ ਕਰਦੀ ਪਈ ਆ, ਇਹ ਬਾਡੀ ਦੀ ਸ਼ੇਪ ਮੇਰੇ ਕੋਲ ਜਿਹੜੀ ਹੈ ਰਿੰਗ ਹੋਵੇ, ਸਿਲੰਡਰ ਹੋਵੇ, ਸਫੀਅਰ ਹੋਵੇ, ਕੋਈ ਵੀ ਹੋਵੇ, ਜਦੋਂ ਇਹਨੇ ਡਾਊਨਵਰਡ ਇਨਕਲਾਈਨਡ ਰੋਡ ਦੇ ਉੱਤੇ ਕਹਿੰਦਾ ਜੀ ਰੋਲ ਕਰਕੇ ਆਣਾ, ਇਹਦੀ ਐਕਸਲਰੇਸ਼ਨ ਦਾ ਇੱਕ ਜਨਰਲ ਫਾਰਮੂਲਾ ਸੀਗਾ। ਸਿਰਫ ਇਸ ਨਿਊਮੈਰੀਕਲ ਨੂੰ ਕਰਨ ਲੱਗੇ ਜੇ ਉਹ ਫਾਰਮੂਲਾ ਯਾਦ ਆ ਜਾਏ ਤੇ ਬੇਟਾ ਨਿਊਮੈਰੀਕਲ ਕੰਪਲੀਟ। ਆਪਾਂ ਨੂੰ ਇਹ ਪਤਾ ਕਿ ਜਿਹੜੀ ਬਾਡੀ ਇਨਕਲਾਈਨਡ ਰੋਡ ਦੇ ਉੱਤੇ ਮੈਕਸਿਮਮ ਐਕਸਲਰੇਸ਼ਨ ਨਾ ਆਏਗੀ, ਜਿਹੜੀ ਬਾਡੀ ਇਨਕਲਾਈਨਡ ਰੋਡ ਤੇ ਮੈਕਸਿਮਮ ਐਕਸਲਰੇਸ਼ਨ ਨਾ ਆਏਗੀ, ਇਟ ਮੀਨਸ that will have the maximum velocity। Yes, sir. Yes, sir. ਠੀਕ ਹੈ, ਆਪਾਂ ਬੋਲਦੇ ਜੇ ਆ ਚੀਜ਼ ਲੈ ਕੇ ਚੱਲੀਏ, ਜਿੱਥੋਂ ਸਟਾਰਟ ਕੀਤਾ ਵਾ ਹਰ ਬਾਡੀ ਨੇ ਉਹ ਰੈਸਟ ਦੀ ਸਟੇਟ ਸੀ। ਇਹ ਮਤਲਬ ਹਰ ਬਾਡੀ ਦੀ ਇਨੀਸ਼ੀਅਲ ਵੈਲੋਸਿਟੀ 0 ਆ ਤੇ ਮੈਂ ਇੱਥੇ ਵੈਲੋਸਿਟੀ ਕੱਢਣੀ ਆ, ਤੇ ਜੇ ਮੈਂ ਸਿੰਪਲ ਇੱਥੇ ਵੈਲੋਸਿਟੀ ਕੱਢਣੀ ਆ, ਠੀਕ ਹੈ, ਹਰ ਬਾਡੀ ਨੇ ਜਿਹੜੀ ਲੈਂਥ ਕਵਰ ਕਰਨੀ ਉਹ ਸੇਮ ਕਵਰ ਕਰਨੀ ਆ, ਤੇ ਪੁੱਛਿਆ ਉਹਨੇ ਇਹ ਹੈ ਕਿ ਵੀ ਉਹਦੀ ਵੈਲੋਸਿਟੀ ਕੱਢੋ, ਕਿਹਦੀ ਜ਼ਿਆਦਾ ਕਿਹਦੀ ਥੋੜੀ, ਤੇ b ਨੂੰ u ਨਾਲ ਲਿੰਕ ਕਰਨਾ ਹੈ ਨਾ, ਤੇ ਐਕਸਲਰੇਸ਼ਨ ਚਾਹੀਦੀ ਆ। ਇਹਦਾ ਮਤਲਬ the body which will have the maximum acceleration along the inclined road, ठीक है, that will have the maximum velocity at the lowermost point। क्या आ गल समझ लगू? Yes, sir. बेस बना के जे इससे एक लाइन को बेस बना के अपन आ कंडीशन दे दिए, we know that body which will have maximum acceleration that will have maximum velocity। ਇਹਦਾ ਮਤਲਬ ਜਿਹੜਾ ਇੱਕ ਫਾਰਮੂਲਾ ਇਸ ਵੇਲੇ ਤੁਹਾਨੂੰ ਯਾਦ ਆਣਾ ਚਾਹੀਦਾ ਉਹ ਸੀਗਾ ਐਕਸਲਰੇਸ਼ਨ ਆਫ ਅ ਬਾਡੀ ਡਾਊਨ ਐਨ ਇਨਕਲਾਈਨਡ ਪਲੇਨ। ਤੇ ਬੇਟਾ ਇਹਦਾ ਫਾਰਮੂਲਾ ਆਪਣੇ ਕੋਲ ਸੀਗਾ we know that acceleration equal to g sin theta over 1 plus k square by r square। ਆ ਫਾਰਮੂਲਾ ਜੇ ਯਾਦ ਆ ਤੇ ਨਿਊਮੈਰੀਕਲ 1 ਮਿੰਟ ਦਾ ਹੀ ਆ ਸਿਰਫ। ਕਿ ਆ ਫਾਰਮੂਲਾ ਕਲੀਅਰ ਹੈ? ਚ k ਕੀ ਚੀਜ਼ ਆ? Yes, sir. ਕੀ ਸੀਗਾ? Radius of gyration. ਬਿਲਕੁਲ, ਰੇਡੀਅਸ ਆਫ ਗੈਰੇਸ਼ਨ। ਤੇ ਪੁੱਤ ਆਪਾਂ ਇਹ ਕਿਹਾ ਸੀਗਾ ਹਰ ਡਿਫਰੈਂਟ ਸ਼ੇਪ ਬਾਡੀ ਦੇ ਰੇਡੀਅਸ ਆਫ ਗੈਰੇਸ਼ਨ ਦੀ ਵੈਲਿਊ ਡਿਫਰੈਂਟ ਆ। ਇਹਦਾ ਮਤਲਬ ਤੁਸੀਂ ਸ਼ੇਪ ਟੂ ਸ਼ੇਪ k ਭਰੀ ਚੱਲੋ। ਹੁਣ ਜੇ ਮੈਂ k ਦੀ ਵੈਲਿਊ ਸੋਲਿਡ ਸਿਲੰਡਰ ਲਈ ਭਰਨੀ ਹੋਵੇ, ਠੀਕ ਹੈ, ਇੱਥੇ ਆਪਾਂ ਪਹਿਲੀ ਸ਼ੇਪ ਲੈ ਕੇ ਚੱਲੀਏ ਫॉर ਸਿਲੰਡਰ। ਸਿਲੰਡਰ ਦਾ k ਕਿੱਥੋਂ ਕੈਲਕੂਲੇਟ ਕਰਾਂਗੇ? Half m squares. ਬਿਲਕੁਲ, ਇੱਕ ਪਾਸੇ ਆਪਣੇ ਕੋਲ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਦਾ ਫਾਰਮੂਲਾ mk ਸਕੁਅਰ, ਤੇ ਦੂਜੇ ਪਾਸੇ ਸਿਲੰਡਰ ਦਾ ਮੂਵਮੈਂਟ ਆਫ ਇਨਰਸ਼ੀਆ ਹਾਫ mr ਸਕੁਅਰ। ਤੇ ਜੇ ਇਹਨੂੰ ਇਕੁਏਟ ਕਰ ਲਈਏ ਤੇ k ਸਕੁਅਰ ਦੀ ਵੈਲਿਊ r ਸਕੁਅਰ ਬਾਈ 2 ਆ ਜੂ। ਆ ਗੱਲ ਸਮਝ ਲੱਗੀ ਸਾਰਿਆਂ ਨੂੰ? Yes, sir. So, ਠੀਕ ਹੈ ਨਾ? ਸੱਚੀ ਤੁਸੀਂ ਰਿਸਪੌਂਡ ਜਿਹੜਾ ਕਰਦੇ ਹੋ ਨਾ, ਮਜ਼ਾ ਆਉਂਦਾ ਜਦੋਂ ਤੁਸੀਂ ਬੋਲਦੇ ਹੋ, ਫੇਰ ਪਤਾ ਲੱਗਦਾ ਕਿ ਹਾਂ ਚਲ ਸਾਰੇ ਹੈਗੇ ਆ। ਚਲੋ ਇੱਥੇ ਕਰ ਰਹੇ ਇਸ ਚੀਜ਼ ਨੂੰ। ਐਸਾ ਚ ਇੱਕ k ਦੀ ਵੈਲਿਊ ਆ ਗਈ ਮੇਰੇ ਕੋਲ ਸਿਲੰਡਰ ਵਾਸਤੇ।